ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਦੀ ਗੱਲ ਹੈ, ਕਿਸੇ ਥਾਂ ਇੱਕ ਬਹੁਤ ਵਿਸ਼ਾਲ ਜੰਗਲ ਸੀ। ਉਸ ਜੰਗਲ ਦੇ ਨੇੜੇ ਇੱਕ ਪਿੰਡ ਪੈਂਦਾ ਸੀ। ਇੱਕ ਦਿਨ ਉਸ ਪਿੰਡ ਵਿੱਚ ਕਿਸੇ ਔਰਤ ਦੀ ਗਾਂ ਖੁੱਲ ਕੇ ਉਸ ਜੰਗਲ ਵਿੱਚ ਭੱਜ ਗਈ ਤੇ ਉਹ ਔਰਤ ਵੀ ਭੱਜਦੇ ਹੋਏ ਗਾਂ ਦਾ ਪਿੱਛਾ ਕਰ ਰਹੀ ਸੀ। ਗਾਂ ਜੰਗਲ ਵੱਲ ਲਗਾਤਾਰ ਭੱਜ ਰਹੀ ਸੀ ਤੇ ਉਹ ਔਰਤ ਵੀ ਤੇਜ਼-ਤੇਜ਼ ਕਦਮਾਂ ਨਾਲ ਉਸ ਦਾ ਪਿੱਛਾ ਕਰ ਰਹੀ ਸੀ। ਉਸ ਔਰਤ ਨੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੋਈਆਂ ਸਨ, ਜਿਨ੍ਹਾਂ ਦੀ ਛਣਕਾਹਟ ਜੰਗਲ ਦੀ ਖਾਮੋਸ਼ੀ ਨੂੰ ਤੋੜ ਰਹੀ ਸੀ। ਕਾਫੀ ਅੱਗੇ ਜਾ ਕੇ ਜਦੋਂ ਉਹ ਔਰਤ ਸੰਘਣੇ ਜੰਗਲ ਵਿੱਚ ਪੁੱਜੀ ਤਾਂ ਉਸ ਨੂੰ ਅਚਾਨਕ ਇੱਕ ਆਵਾਜ਼ ਆਈ, ਰੁਕ ਜਾ। ਉਹ ਡਰ ਗਈ। ਉਸਨੇ ਇੱਧਰ ਉੱਧਰ ਦੇਖਿਆ ਕਿ ਇਸ ਬਿਆਵਾਨ ਸੰਘਣੇ ਜੰਗਲ ਵਿੱਚ ਇਹ ਆਵਾਜ਼ ਕਿਸ ਦੀ ਹੋ ਸਕਦੀ ਹੈ। ਉਸ ਵੇਲੇ ਉਸ ਨੂੰ ਸਾਹਮਣੇ ਇੱਕ ਰਿਸ਼ੀ ਨਜ਼ਰ ਆਇਆ ਜੋ ਸਾਧਨਾ ਦੀ ਮੁਦਰਾ ਵਿੱਚ ਬੈਠਾ ਸੀ। ਉਹ ਉਸ ਔਰਤ ਵੱਲ ਗੁੱਸੇ ਨਾਲ ਘੂਰ ਰਿਹਾ ਸੀ। ਰਿਸ਼ੀ ਨੇ ਗਰਜਦੇ ਹੋਏ ਕਿਹਾ, ਮੈਂ ਹੁਣ ਤੈਨੂੰ ਸ਼ਰਾਪ ਦੇਵਾਂਗਾ ਤੇ ਇਸੇ ਸਮੇਂ ਤੈਨੂੰ ਭਸਮ ਕਰ ਦਿਆਂਗਾ। ਇਹ ਕਹਿ ਕੇ ਰਿਸ਼ੀ ਨੇ ਆਪਣੇ ਹੱਥ ਵਿੱਚ ਪਾਣੀ ਲੈ ਲਿਆ ਅਤੇ ਮੰਤਰ ਪੜਨ ਲੱਗਾ। ਇਹ ਵੇਖ ਕੇ ਉਹ ਔਰਤ ਹੱਥ ਜੋੜ ਕੇ ਬੋਲੀ, ਮਹਾਰਾਜ, ਮੇਰੇ ਤੋਂ ਕੀ ਗਲਤੀ ਹੋਈ ਹੈ? ਮੈਂ ਤੁਹਾਡਾ ਕੀ ਵਿਗਾੜਿਆ ਹੈ? ਤੁਸੀਂ ਮੈਨੂੰ ਸ਼ਰਾਪ ਕਿਉਂ ਦੇ ਰਹੇ ਹੋ? ਉਸ ਦੀ ਇਹ ਗੱਲ ਸੁਣ ਕੇ ਰਿਸ਼ੀ ਨੇ ਕਿਹਾ, ਮੈਂ ਇਸ ਜਗ੍ਹਾ ਉੱਪਰ ਕਿੰਨੇ ਸਮੇਂ ਤੋਂ ਤਪ ਕਰ ਰਿਹਾ ਸਾਂ ਅਤੇ ਤੂੰ ਮੇਰਾ ਤਪ ਭੰਗ ਕੀਤਾ ਹੈ, ਇਸ ਲਈ ਮੈਂ ਤੈਨੂੰ ਸ਼ਰਾਪ ਦੇ ਰਿਹਾ। ਰਿਸ਼ੀ ਦੀ ਇਹ ਗੱਲ ਸੁਣ ਕੇ ਔਰਤ ਨੇ ਹੈਰਾਨੀ ਨਾਲ ਪੁੱਛਿਆ, ਮਹਾਰਾਜ, ਇਹ ਕਿਵੇਂ ਹੋ ਸਕਦਾ ਹੈ? ਮੈਂ ਤੁਹਾਡਾ ਤਪ ਕਿਵੇਂ ਭੰਗ ਕਰ ਸਕਦੀ ਹਾਂ? ਰਿਸ਼ੀ ਨੇ ਅੱਗੋਂ ਕਿਹਾ, ਤੇਰੇ ਪੈਰਾਂ ਵਿੱਚ ਜੋ ਝਾਂਜਰਾਂ ਪਾਈਆਂ ਹੋਈਆਂ ਹਨ, ਜਦੋਂ ਤੂੰ ਮੇਰੇ ਕੋਲੋਂ ਦੀ ਲੰਘ ਰਹੀ ਸੀ ਤਾਂ ਇਹਨਾਂ ਝਾਂਜਰਾਂ ਦੀ ਛਣਕਾਹਟ ਨੇ ਮੇਰਾ ਧਿਆਨ ਭੰਗ ਕਰ ਦਿੱਤਾ। ਇਸ ਲਈ ਤੂੰ ਹੀ ਇਸ ਦੀ ਜ਼ਿੰਮੇਵਾਰ ਹੈ ਤੇ ਮੈਂ ਤੈਨੂੰ ਸ਼ਰਾਪ ਜ਼ਰੂਰ ਦੇਵਾਂਗਾ। ਰਿਸ਼ੀ ਦੀ ਇਹ ਗੱਲ ਸੁਣ ਕੇ ਉਸ ਔਰਤ ਨੇ ਕੁਝ ਸੋਚ ਕੇ ਕਿਹਾ, ਅੱਛਾ, ਇਹ ਗੱਲ ਹੈ, ਤਾਂ ਫਿਰ ਤੁਸੀਂ ਮੈਨੂੰ ਸ਼ਰਾਪ ਦੇ ਸਕਦੇ ਹੋ। ਤੁਹਾਡਾ ਸ਼ਰਾਪ ਬਿਲਕੁਲ ਵੀ ਕੰਮ ਨਹੀਂ ਕਰੇਗਾ। ਰਿਸ਼ੀ ਨਾਲ ਉਹ ਗੁੱਸੇ ਨਾਲ ਬੋਲਿਆ, ਮੂਰਖ, ਤੂੰ ਮੈਨੂੰ ਨਹੀਂ ਜਾਣਦੀ। ਮੈਂ ਇੱਕ ਸਿੱਧ ਰਿਸ਼ੀ ਹਾਂ ਅਤੇ ਕਈ ਸਾਲਾਂ ਤੋਂ ਰੱਬ ਦਾ ਧਿਆਨ ਕਰ ਰਿਹਾ ਹਾਂ। ਜੇ ਮੈਂ ਚਾਹਾਂ ਤਾਂ ਹੁਣੇ ਹੀ ਤੈਨੂੰ ਸ਼ਰਾਪ ਨਾਲ ਭਸਮ ਕਰ ਸਕਦਾ ਹਾਂ। ਔਰਤ ਨੇ ਫਿਰ ਦੁਹਰਾਇਆ, ਨਹੀਂ ਰਿਸ਼ੀਵਰ, ਤੁਹਾਡਾ ਸ਼ਰਾਪ ਕੋਈ ਕੰਮ ਨਹੀਂ ਕਰੇਗਾ। ਤੁਸੀਂ ਸ਼ਰਾਪ ਦੇ ਕੇ ਵੇਖ ਲਵੋ। ਰਿਸ਼ੀ ਨੇ ਪੁੱਛਿਆ, ਤੂੰ ਇਹ ਕਿਸ ਤਰ੍ਹਾਂ ਕਹਿ ਸਕਦੀ ਹੈ ਕਿ ਮੇਰਾ ਸ਼ਰਾਪ ਕੰਮ ਨਹੀਂ ਕਰੇਗਾ? ਔਰਤ ਨੇ ਜਵਾਬ ਦਿੱਤਾ, ਹੇ ਰਿਸ਼ੀਵਰ, ਮੇਰਾ ਧਿਆਨ ਆਪਣੀ ਗੁਆਚੀ ਗਾਂ ਵਿੱਚ ਇਸ ਕਦਰ ਲੱਗਾ ਸੀ ਕਿ ਮੈਨੂੰ ਇਹ ਨਜ਼ਰ ਨਹੀਂ ਆਇਆ ਕਿ ਰਸਤੇ ਵਿੱਚ ਕੋਈ ਰਿਸ਼ੀ ਤਪ ਕਰ ਰਿਹਾ ਹੈ। ਫਿਰ ਤੁਹਾਡਾ ਧਿਆਨ ਰੱਬ ਵਿੱਚ ਸੀ ਤਾਂ ਤੁਹਾਨੂੰ ਇਹ ਕਿਵੇਂ ਨਜ਼ਰ ਆ ਗਿਆ ਕਿ ਮੇਰੇ ਕੋਲ ਦੀ ਕੋਈ ਬੰਦਾ ਲੰਘ ਰਿਹਾ ਹੈ? ਨਿਸ਼ਚਿਤ ਹੀ ਤੁਹਾਡਾ ਧਿਆਨ ਰੱਬ ਵਿੱਚ ਨਹੀਂ ਸੀ। ਇਸ ਤਰ੍ਹਾਂ ਬਿਨਾਂ ਇਕਾਗਰਤਾ ਤਪ ਕਰਨ ਨਾਲ ਤੁਹਾਨੂੰ ਕੋਈ ਵੀ ਸ਼ਕਤੀ ਪ੍ਰਾਪਤ ਨਹੀਂ ਹੋਵੇਗੀ। ਇਸ ਲਈ ਤੁਹਾਡਾ ਸ਼ਰਾਪ ਕਿਸੇ ਕੰਮ ਦਾ ਨਹੀਂ। ਸੋ ਸਾਧ ਸੰਗਤ ਜੀ, ਬਿਨਾਂ ਇਕਾਗਰਤਾ ਕੀਤਾ ਕੋਈ ਵੀ ਕੰਮ ਫਲ ਨਹੀਂ ਦਿੰਦਾ। ਸਾਨੂੰ ਬੜੀ ਇਕਾਗਰਤਾ ਨਾਲ ਆਪਣੇ ਜੀਵਨ ਵਿੱਚ ਆਪਣੇ ਲਕਸ਼ ਵੱਲ ਵਧਣਾ ਚਾਹੀਦਾ ਹੈ। ਜਦੋਂ ਅਸੀਂ ਆਪਣੀਆਂ ਨਜ਼ਰਾਂ ਲਕਸ਼ ਉੱਤੇ ਗੜਾ ਦਿੰਦੇ ਹਾਂ ਤਾਂ ਸਾਨੂੰ ਹੋਰ ਕੋਈ ਵੀ ਚੀਜ਼ ਦਿਖਾਈ ਦੇਣਾ ਬੰਦ ਹੋ ਜਾਂਦੀ ਹੈ ਤੇ ਸਫਲਤਾ ਸਾਨੂੰ ਆਪੇ ਲੱਭ ਲੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।